ओ ਹੈਲੋ ਜੀ ਉਹ ਕਿਵੇਂ ਹੋ ਫਿਰ ਸਾਰੇ ਤੁਸੀਂ ਬਹੁਤ ਵੈਲਕਮ ਹੈ ਤੁਹਾਡਾ ਔਰੈਕਲ ਐਜੂਕੇਸ਼ਨ ਫੈਮਿਲੀ ਦੇ ਉੱਪਰ ਜਿਹਦੇ ਚ ਆਪਾਂ ਸਿੱਖ ਰਹੇ ਹਾਂ ਟ੍ਰਾਇੰਗਲਸ ਚੈਪਟਰ ਦੀ 6.2 ਐਕਸਰਸਾਈਜ਼ ਜਿਹਦੇ ਚ ਸਾਰੇ ਦੇ ਸਾਰੇ ਸਮਸ ਬੀਪੀਟੀ ਥਿਓਰਮ ਦੇ ਉੱਪਰ ਬੇਸਡ ਨੇ। ਇਹ ਬੀਪੀਟੀ ਦੇ ਉੱਪਰ ਮੈਨੂੰ ਇੱਕ ਬੋਲੀ ਯਾਦ ਆਈ ਹੈ, ਇਹ ਸੁਣ ਕੇ ਆਪਾਂ ਅੱਗੇ ਸ਼ੁਰੂ ਕਰਦੇ ਹਾਂ ਐਕਸਰਸਾਈਜ਼। ਕੀ ਕਹਿੰਦੇ ਨੇ, ਉਹ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਸੀਟੀ, ਹੋ ਭੰਗੜਾ ਤਾਂ ਸੱਜਦਾ ਜੇ ਨੱਚੇ ਸਾਡੀ ਬੀਪੀਟੀ ਦੀ ਟੀਟੀ। ਉਹ ਗੱਲ ਬਣੇ ਚਾਹੇ ਨਾ ਬਣੇ, ਆਪਾਂ ਨੂੰ ਪਤਾ ਸਮ ਦੇ ਅੰਦਰ ਗੱਲ ਕਿਵੇਂ ਬਣਾਣੀ ਹੈ। ਚਲੋ ਸਮ ਸ਼ੁਰੂ ਕਰਦੇ ਹਾਂ। ਪਹਿਲਾ ਸਮ ਕੀ ਕਹਿੰਦਾ ਹੈ? ਪਹਿਲਾ ਸਮ ਕਹਿ ਰਿਹਾ ਇਫ DE ਇਜ਼ ਪੈਰਲਲ ਟੂ BC। ਮੇਰੇ ਕੋਲ ਗਿਵਨ ਹੈਗਾ ਵੀ ਜੋ ਇਹ DE ਲਾਈਨ ਹੈ ਇਹ BC ਲਾਈਨ ਦੇ ਪੈਰਲਲ ਹੈ। ਔਰ ਬੀਪੀਟੀ ਥਿਓਰਮ ਲਗਾਉਣ ਦੇ ਲਈ ਨਾ ਸਭ ਤੋਂ ਜ਼ਰੂਰੀ ਚੀਜ਼ ਇਹੀ ਹੁੰਦੀ ਹੈ, ਤੁਹਾਡੇ ਕੋਲ ਪੈਰਲਲ ਵਾਲੀ ਕੰਡੀਸ਼ਨ ਗਿਵਨ ਹੋਣੀ ਚਾਹੀਦੀ ਹੈ। ਹੁਣ ਬੀਪੀਟੀ ਲਗਾਣੀ ਕਿਵੇਂ ਹੈ, ਆਪਾਂ ਹਲਕਾ ਜਿਹਾ ਪਹਿਲਾਂ ਇੱਥੇ ਰਿਵਾਈਜ਼ ਮਾਰ ਲਈਏ। ਦੇਖੋ, ਅਗਰ ਇੱਕ ਟਰਾਇੰਗਲ ਦੇ ਅੰਦਰ ਜਿਵੇਂ ਕਿ ABC ਮੇਰੇ ਕੋਲ ਟਰਾਇੰਗਲ ਹੈ ਔਰ ਇੱਕ ਲਾਈਨ ਹੈ ਜੋ DE ਲਾਈਨ, ਅਗਰ ਉਹ BC ਦੇ ਪੈਰਲਲ ਤੁਹਾਡੇ ਕੋਲ ਗਿਵਨ ਹੈ ਤਾਂ ਤੁਸੀਂ ਕਿਵੇਂ ਲਿਖ ਸਕਦੇ ਹੋ? AD/DB ਇਕੁਅਲ ਟੂ AE ਓਵਰ EC। ਇसी ਚੀਜ਼ ਨੂੰ ਅਪਲਾਈ ਕਰਕੇ ਆਪਾਂ ਇਸ ਸਮ ਦੇ ਉੱਪਰ EC ਦੀ ਵੈਲਿਊ ਨੂੰ ਫਾਈਂਡ ਆਊਟ ਕਰਾਂਗੇ। ਦੇਖੋ ਫਿਰ ਕਿਵੇਂ ਲਿਖਾਂਗੇ। DE ਪੈਰਲਲ ਗਿਵਨ ਹੈ BC ਦੇ ਬਾਏ ਯੂਜ਼ਿੰਗ BPT ਕੀ ਹੁੰਦਾ? ਬੇਸਿਕ ਪ੍ਰੋਪੋਰਸ਼ਨੈਲਿਟੀ ਥਿਓਰਮ। ਇਹ ਕੀ ਕਹਿੰਦੇ ਨੇ? AD ਓਵਰ BD ਇਕੁਅਲ ਟੂ AE ਓਵਰ EC। ਠੀਕ ਹੈ। ਹੁਣ ਦੇਖੋ AD ਦੀ ਵੈਲਿਊ ਕੀ ਗਿਵਨ ਹੈ ਮੇਰੇ ਕੋਲ? AD ਦੀ ਵੈਲਿਊ ਗਿਵਨ ਹੈ 1.5, BD ਦੀ ਵੈਲਿਊ ਕਿੰਨੀ ਗਿਵਨ ਹੈ? 3, AE ਦੀ ਵੀ ਗਿਵਨ ਹੈ 1 ਔਰ EC ਦੀ ਹੀ ਤਾਂ ਫਾਈਂਡ ਆਊਟ ਕਰਨੀ ਹੈ। ਇੱਥੇ ਲਿਖ ਲਓ EC, ਪੁਆਇੰਟ ਕੱਟ ਕੇ ਇੱਧਰ ਲੱਗ ਗਿਆ 0। 15 1 ਦਾ 15, 15 2 ਦਾ ਕਰ ਦੋ ਫਿਰ ਕ੍ਰੋਸ ਦੀ ਮਲਟੀਪਲਾਈ। EC ਦੀ ਵੈਲਿਊ ਕਿੰਨੀ ਆ ਗਈ? EC into 1 EC, 2 1 ਦਾ 2, ਤਾਂ EC ਆ ਗਿਆ ਤੁਹਾਡੇ ਕੋਲ 2 ਸੈਂਟੀਮੀਟਰ। ਦੈਟਸ ਆਲ। ਓਏ ਆ ਜਾ ਛਿੰਦੇ, ਹਾਲੇ ਫਸਟ ਕੁਐਸਚਨ ਦਾ ਸੈਕੰਡ ਪਾਰਟ ਵੀ ਕਰਨਾ ਆਪਾਂ ਨੇ। ਇਹਦੇ ਅੰਦਰ ਨਾ AD ਫਾਈਂਡ ਕਰਨਾ ਹੈ, ਜਿਵੇਂ ਪਿਛਲੇ ਕੁਐਸਚਨ 'ਚ ਆਪਾਂ EC ਫਾਈਂਡ ਆਊਟ ਕੀਤਾ ਸੀ, ਇਸ AD ਫਾਈਂਡ ਆਊਟ ਕਰਨਾ ਹੈ। ਗਿਵਨ ਕੰਡੀਸ਼ਨ ਆਪਣੇ ਕੋਲ ਉਹੀ ਹੈ, DE BC ਦੇ ਪੈਰਲਲ ਗਿਵਨ ਹੈ। ਮੈਂ ਤੁਹਾਨੂੰ ਦੱਸਿਆ ਸੀ ਨਾ, ਅਗਰ ਪੈਰਲਲ ਲਾਈਨਸ ਗਿਵਨ ਹੋਣ ਤਾਂ ਤੁਸੀਂ ਐਵੇਂ ਰੇਸ਼ੋ ਲਿਖ ਸਕਦੇ ਹੋ। ਹੁਣ ਉਹੀ ਚੀਜ਼ ਉਰੇ ਲਿਖਾਂਗੇ, ਇੱਧਰ ਲਿਖਾਂਗੇ ਵੀ ਹੈਵ ਗਿਵਨ DE ਪੈਰਲਲ ਟੂ BC, ਤਾਂ ਆਪਾਂ BPT ਥਿਓਰਮ ਦਾ ਯੂਜ਼ ਕਰਾਂਗੇ ਬਾਏ ਯੂਜ਼ਿੰਗ BPT ਕੀ ਕਹਿੰਦੀ ਹੈ? AD ਓਵਰ DB ਇਕੁਅਲ ਟੂ AE ਓਵਰ EC। ਦੇਖੋ ਪਹਿਲਾਂ ਇਹਨਾਂ ਦੋਨਾਂ ਨੂੰ ਲਿਖਿਆ ਕਰੋ, ਫਿਰ ਇਹਨਾਂ ਦੋਨਾਂ ਨੂੰ ਲਿਖਿਆ ਕਰੋ, ਇਹ ਬਣ ਜਾਂਦੀ ਆਪਣੇ ਕੋਲ BPT। ਹੁਣ AD ਦੀ ਵੈਲਿਊ ਹੀ ਹੈ ਤਾਂ ਫਾਈਂਡ ਆਊਟ ਕਰਨ ਨੂੰ ਕਹਿ ਰਹੇ ਨੇ, ਤਾਂ AD ਨੂੰ ਤਾਂ AD ਲਿਖ ਲਓ। DB ਦੀ ਵੈਲਿਊ ਕੀ ਹੈ? 7.2, AE ਕਿੰਨਾ ਹੈ? 1.2 ਔਰ ਇਹ ਕੀ ਹੈ? 5.4। ਆ ਦੇਖੋ ਪੁਆਇੰਟ ਨਾਲ ਮੈਂ ਪੁਆਇੰਟ ਕੱਟਤਾ। 18 3 ਦਾ ਮੈਨੂੰ ਪਤਾ 54 ਹੁੰਦਾ, ਬਸ ਮੈਨੂੰ ਪਤਾ ਮਤਲਬ ਤੁਹਾਨੂੰ ਵੀ ਪਤਾ ਲੱਗ ਗਿਆ। ਕਰੋ ਫਿਰ ਕ੍ਰੋਸ ਮਲਟੀਪਲਾਈ। 3 into AD ਇਕੁਅਲ ਟੂ 7.2। ਇਹ 3 ਮਲਟੀਪਲਾਈ ਹੋ ਰਿਹਾ ਹੈ ਤਾਂ ਇਹ ਉੱਧਰ ਜਾ ਕੇ ਕੀ ਹੋ ਜਾਏਗਾ ਆਪਣੇ ਕੋਲ? 7.2 ਡਿਵਾਈਡਡ ਬਾਈ 3। ਹੁਣ ਆਪਾਂ ਪੁਆਇੰਟ ਨੂੰ ਡਿਵਾਈਡ ਕਿਵੇਂ ਕਰਨਾ ਹੁੰਦਾ? ਆ ਦੇਖੋ ਬਿਲਕੁਲ ਈਜ਼ੀ ਤਰੀਕਾ। 3 2 ਦਾ 6, 3 4 ਦਾ 12, ਕਿਉਂਕਿ ਪੁਆਇੰਟ ਸੀਗਾ ਤਾਂ ਮੈਂ ਉਧਰ ਹੀ ਪੁਆਇੰਟ ਜੜਤਾ। ਇਹ ਦੇਖੋ ਆਨਸਰ ਆ ਗਿਆ ਆਪਣੇ ਕੋਲ। AD ਫਾਈਂਡ ਆਊਟ ਕਰਨਾ ਸੀਗਾ, ਕਰਤਾ 2.4। ਚਲਦੇ ਆ ਸੈਕੰਡ ਕੁਐਸਚਨ ਦੇ। ਓਏ ਉਰਿਆ ਚਿੱਟੀਆਂ ਕਲਾਈਆਂ ਦੇ ਡਾਂਸ ਸਟੈਪਸ ਪਰਫੈਕਟ ਕਰਨੇ ਆ ਨਾ, ਤਾਂ ਇਹ ਸਮ ਸਿੱਖ ਕੇ ਜਾ ਮੇਰੇ ਕੋਲੋਂ। ਉਰਿਆ ਮੈਂ ਤੈਨੂੰ ਦੱਸਦਾ ਕਿਵੇਂ ਕਰਨਾ ਹੈ। ਦੇਖ, ਭਾਵੇਂ ਚਿੱਟੀਆਂ ਕਲਾਈਆਂ ਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਪਰ ਕਰ ਲੈਣਾ ਚਾਹੀਦਾ, ਕੋਈ ਗੱਲ ਨਹੀਂ। E and F ਆਰ ਦਾ ਪੁਆਇੰਟਸ ਔਨ ਸਾਈਡ PQ and PR। PQ ਦੇ ਉੱਪਰ ਪੁਆਇੰਟ E ਹੈ ਐਂਡ PR ਦੇ ਉੱਪਰ ਪੁਆਇੰਟ F ਹੈ। ਫॉर ईच ऑफ द फॉलोइंग केस स्टेट EF पैरेलल टू QR। ਹੁਣ ਆਪਾਂ ਨੇ ਚੈੱਕ ਕਰਕੇ ਦਿਖਾਣਾ ਹੈ क्या ਜਿਹੜੀ EF ਲਾਈਨ ਹੈ QR ਲਾਈਨ ਦੇ ਪੈरेलल ਹੈ ਕਿ ਨਹੀਂ। ਦੇਖੋ बहुत ही ज़्यादा ईजी तरीका है, बहुत ही ज़्यादा ईजी तरीका चेक करन दा, बहुत ध्यान नाल सुनना।
देखो अगर रेशो इक्वल आ गई तो आप कह देंगे हाँ भी पैरलल हैगे ने, क्योंकि अगर पैरलल इक्वल होन जिवें कि आप शुरुआत दे विच सिक्ख्या सी, अगर पैरलल गिवन होन तो आप रेशो लिख सकते हैं। लेकिन अगर रेशो पहला तो ही इक्वल होए तो आप कह सकते हैं पैरलल बाय कन्वर्स ऑफ बीपीटी दे नाल। हुण आप चैक करते हैं 3.9/3 यानी कि मैं की कर रहा पीई ओवर EQ नू चैक कर रहे हैं PF ओवर FR दे इक्वल है कि नहीं। 3.6/2.4 ये कटिंग करके चेक करांगे भी इक्वल आंदा भी पिया कि नहीं। पॉइंट कट के उरे तो लगाया 0, 3 1 दा 3 और इधर तो आ गया, इदी होर नहीं कटिंग हो पाएगी, इदी भी पॉइंट नाल पॉइंट कट देने। 3 1 दा 3, 3 2 दा 6 और 3 8 दा 24। जिन्नी मर्जी अगे कटिंग कर लो, ये 13/10 दे इक्वल नहीं आने वाला, मतलब ये रेशो इक्वल ही नहीं है। अगर रेशो ही इक्वल नहीं है तो इत्थे आपां की लिखांगे, इफ रेशो इज नॉट इक्वल देन EF इज नॉट पैरेलल टू QR। बस इत्थे लिख दिंने आ, ये आपां ने लिखता उरे। हुण इहदा नैक्सट पार्ट शुरू करते हैं। इहदे विच गिवन की है पहला तो नोट करवाओ। हुण इस पार्ट च भी सेम उसी तरीके नाल रेशो चेक करांगे। PE ओवर EQ इक्वल टू PF ओवर FR। PE किन्ना 4 ते EQ किन्ना 4.5, 8 ते किन्ना 9। पॉइंट कटो और इधर लगाओ। 5 दे टेबल ते करके देखते हैं कटिंग। 5 8 दा 5 9 दा और चक भी बिलो आ गए तो इक्वल। अगर इक्वल आ गए तो इत्थे बस लिख देंगे इफ रेशो इज इक्वल बाय कन्वर्स ऑफ BPT EF लाइन बिकम पैरेलल टू QR। लिख दो रे। हुण चलदे शुरू करते हैं थर्ड पार्ट दे नाल। और दिल दा नहीं माड़ा कौन, तुहाडा तीजा पार्ट होर कौन। देखो ये थोड़ा बाकी दो पार्ट्स तो अलग है। PQ 1.28 ड्रॉ कर लेने। PQ किधर है, ये PQ ये पूरी डायमेंशन है 1.28 ते PR भी पूरी डायमेंशन है अपने को। PR हैगी है 2.56। पहला ना वो छोटे छोटे पार्ट्स दिंदा सीगा, हुण उसने बड़े बड़े पार्ट्स देते। पर आपां इन्हां दी गल नूं भी तोड़ कड्ढना इन्हां दा भी की कहना की चाहते ने। PE हैगा PE 0.18 आ देख PE 0.18 और अपने कोल PF किन्ना है 0.36। हुण देखो बहुत ही ज़्यादा ध्यान दे नाल देखांगे भी अपने को छोटा जा पार्ट नहीं गिवन, क्योंकि जो असी BPT थ्योरम यूज करते हैं तो असी किवें लगाते हैं AD ओवर DB इक्वल टू AE ओवर EC, मतलब असी छोटे छोटे पार्ट्स लिखते हैं। तो ये वाला छोटा दिता नहीं इन्होंने, तो कोई चक्कर नहीं, आप माइनस करके देख लें। 1.28 दे विचों 0.18 कर दो माइनस 0.11 यानी कि ये आ गया अपने को 1.1। उसी सेम मैथड दे नाल ये पूरे चो ये माइनस कर दो। आ देखो घबरा ना पाया करो, मैं हैगा ना हर चीज़ तुहानू बहुत ही ज़्यादा सिंपल तरीके दे नाल सिखावांगा, बहुत ही ज़्यादा सिंपल तरीके दे नाल। ये लो ये आ गया। हुण अप्लाई करो BPT की कहती है। BPT दे विच तां चैक करना है ना आपां ने। चैक करन वास्ते की हुंदा है, अगर मेरे कोल रेशो इक्वल आ गई, देखो PE ओवर EQ PF ओवर FR, अगर मेरे को रेशो इक्वल आ गई तो मैं कहांगा ये वाली लाइन इहदे पैरेलल है, नहीं तो कहांगा चल 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 दूजियां डायमेंशनस लैके आ। PE किन्नी है 0.18, EQ किन्नी है 1.1, PF किन्नी है 0.38 और ये किन्नी है 2.2। क्लीयर हो गया तुहानू। हुण इहदी कटिंग करते हैं 2 दे टेबल ते। 2 दे टेबल ते कटिंग करके आ जाएगा और ये नीचे आ जाएगा। चक दे फट्टे नप दे किली, अज जलंधर कल नूं दिल्ली है तो आ गया इक्वल। अच्छा बस फिर इक्वल आ गया, इन्नी खुशी इन्नी खुशी। कोई नहीं, आप वड्डे वड्डे सम ते होर ज़्यादा वड्डियां वड्डियां खुशियां मनावांगे। छोटी छोटी खुशियां नूं मनाना सीखो, वड्डियां खुशियां तो हर कोई मना लैंदा है। छोटियां खुशियां च जिहड़े खुश हुंदे ने ना, उही सब तो ज़्यादा खुशी इंसान हुंदे ने। आ गया इक्वल। जदों मैथ के आंसर का आंसर पिछे आंसर ते मैच कर जे ना सर जी, बाड़ी खुशी होंदी है, बाड़ी खुशी। अच्छा चल कोई गल नहीं, कोई गल नहीं, खुश रह। ये हो गया बस इक्वल आ गया, मतलब
ਜਿਹੜਾ ਆਪਣੀ EF ਲਾਈਨ ਹੈ ਉਹ QR ਲਾਈਨ ਦੇ ਕੀ ਹੋਗੀ, ਪੈਰਲਲ ਹੋਗੀ। ਬਸ ਇਹੀ ਤਾਂ ਚੈੱਕ ਕਰਨਾ ਸੀ। ਚਲੋ ਥੈਂਕ ਯੂ ਫॉर ਟੁਡੇ, ਮਿਲਦੇ ਹਾਂ ਆਪਾਂ ਨੈਕਸਟ ਲੈਕਚਰ ਦੇ ਅੰਦਰ।